ਨਿਊਜ਼ 07 ਤੋਂ ਅਸੀਂ ਖਾਸ ਸਾਰੀ ਗੱਲਬਾਤ ਲੈ ਕੇ ਆ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਮੇਰੀ ਪੁਕਾਰ ਸੁਣੋ ਚ ਬੀਤੇ ਸਮੇਂ ਜੋ ਕਿ ਇੱਕ ਜੱਜਾਂ ਦੀ ਧਾਂਦਲੀ ਦਾ ਮਾਮਲਾ ਸਾਹਮਣੇ ਆਇਆ ਚੰਡੀਗੜ੍ਹ ਤੋਂ, ਔਰ ਉਸ ਦੇ ਵਾਸਤੇ ਵੱਖ-ਵੱਖ ਜੋ ਵਕੀਲ ਸਾਹਿਬਾਨ ਜਾਂ ਹੋਰ ਵੀ ਲੋਕ ਜੋ ਸਾਹਮਣੇ ਆ ਰਹੇ ਜਾਂ ਜੱਜ ਦੇ ਜੋ ਐਗਜ਼ਾਮ ਦੇ ਰਹੇ ਬੱਚੇ ਉਹ ਗੱਲਬਾਤ ਕਰ ਰਹੇ। ਅੱਜ ਉਹਨਾਂ ਕੋਲ ਪੁੱਛਦੇ ਹਾਂ ਕਿ ਜੇ ਇਹ ਮਾਮਲਾ ਹੋਇਆ ਕਿ ਅੱਜ ਫਿਰ ਮੀਡੀਆ ਅੱਗੇ ਆਉਣਾ ਪਿਆ। ਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰ, ਜਿਵੇਂ ਕਿ ਆਪਨੇ ਬੀਤੇ ਸਮੇਂ ਵੀ ਇੱਕ ਮਾਮਲਾ ਸਾਹਮਣੇ ਲੈ ਕੇ ਆਏ ਕਿ ਜੋ ਜੱਜਾਂ ਦੀ ਧਾਂਦਲੀ ਕੀ ਇਹੋ ਜਿਹਾ ਮੁੱਦਾ ਕਿ ਅੱਜ ਤੱਕ ਜਿਹੜਾ ਹੱਲ ਨਹੀਂ ਹੋ ਰਿਹਾ ਤੇ ਜਿਹੜਾ ਇਹ ਮਾਮਲਾ ਲਟਕਦਾ ਜਾ ਰਿਹਾ। ਦੇਖੋ, ਮਾਮਲਾ ਇਹੀ ਹੈ ਬੇਸਿਕਲੀ, ਅਗਰ ਮੈਂ ਕੋਰਟਸ ਦੀ ਗੱਲ ਕਰਾਂ ਤਾਂ ਪਿਛਲੇ 11 ਸਾਲਾਂ ਤੋਂ ਕੋਰਟਸ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੋ ਰਹੀ। 11 ਸਾਲ ਪਹਿਲਾਂ ਅਸੀਂ ਮੁਕੇਸ਼ ਦੇ ਨਾਮ ਤੇ ਇੱਕ ਪਟੀਸ਼ਨ ਫਾਈਲ ਕੀਤੀ ਸੀ ਕਿ ਜੋ ਮੇਨਸ ਦੇ ਵਿੱਚ ਇਹਨਾਂ ਨੇ 50% ਮਾਰਕਸ ਰੱਖੇ ਨੇ ਕੁਆਲੀਫਾਈਂਗ ਦੇ, ਉਹਨੂੰ ਕੱਟ ਕਰਕੇ 45% ਕੀਤਾ ਜਾਵੇ। ਔਰ 11 ਸਾਲ ਤੋਂ ਉਸ ਪਟੀਸ਼ਨ ਦੇ ਉੱਪਰ ਸੁਣਵਾਈ ਨਹੀਂ ਹੋਈ। ਔਰ ਅਗਰ ਹੁਣ ਮੈਂ ਤੁਹਾਨੂੰ 2018-19 ਤੇ ਲੈ ਕੇ ਆਵਾਂ, ਪੰਜਾਬ ਹਰਿਆਣਾ ਹਾਈ ਕੋਰਟ ਦੀ ਮੈਂ ਤੁਹਾਨੂੰ ਗੱਲ ਦੱਸਾਂ, 2018-19 ਦੇ ਵਿੱਚ ਇਹਨਾਂ ਦਾ ਪੇਪਰ WhatsApp ਤੇ ਲੀਕ ਹੋਇਆ ਔਰ ਉਦੋਂ ਮੇਰੇ ਖਿਆਲ ਕੁਝ ਬੱਚੇ ਵੀ ਅਰੈਸਟ ਹੋਏ, ਕੁਝ ਇਹਨਾਂ ਦੇ OSD ਰਿਕਰੂਟਮੈਂਟ ਵਗੈਰਾ ਵੀ ਅਰੈਸਟ ਹੋਏ, ਕੁਝ ਹਾਈ ਕੋਰਟ ਦੇ ਜੱਜਸ ਦੀ ਟ੍ਰਾਂਸਫਰ ਵੀ ਕੀਤੀ ਗਈ। ਉਸ ਤੋਂ ਬਾਅਦ ਇਹਨਾਂ ਨੇ ਹਰਿਆਣਾ ਦੇ ਵਿੱਚ ਮੇਰੇ ਖਿਆਲ 111 ਵੈਕੈਂਸੀਜ਼ ਜਿਹੜੀਆਂ ਹੈਗੀਆਂ ਉਹ ਕੱਢੀਆਂ। 111 ਵੈਕੈਂਸੀਜ਼ ਦੇ ਪਿੱਛੇ ਇਹਨਾਂ ਨੇ 11 ਬੱਚੇ ਜਾਂ ਕੋਈ 10 ਬੱਚੇ ਇਹਨਾਂ ਨੇ ਜੱਜਸ ਸਿਲੈਕਟ ਕੀਤੇ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇੱਕ ਕਮੇਟੀ ਬਿਠਾਈ ਗਈ, ਜਸਟਿਸ ਸੀਕਰੀ ਕਮੇਟੀ, ਔਰ ਉਹਦੇ ਵਿੱਚ ਮੇਰੇ ਖਿਆਲ 30-35 ਬੱਚੇ ਇਹਨਾਂ ਨੇ ਹੋਰ ਐਡ ਕੀਤੇ। ਤਾਂ ਕਹਿਣ ਦਾ ਮਤਲਬ ਇੱਥੇ ਸਵਾਲ ਪਹਿਲਾਂ ਇਹ ਖੜਾ ਹੁੰਦਾ ਹੈ ਕਿ ਜਦੋਂ ਤੁਸੀਂ 111 ਵੈਕੈਂਸੀਜ਼ ਕੱਢੀਆਂ ਨੇ ਤਾਂ ਤੁਸੀਂ 30 ਜਾਂ 40 ਬੱਚੇ ਕਿਉਂ ਰੱਖਦੇ ਹੋ? ਔਰ ਉਹ 30 ਜਾਂ 40 ਬੱਚਿਆਂ 'ਚੋਂ ਵੀ ਮੇਰੇ ਖਿਆਲ 25-30 ਬੱਚੇ ਆਪਣੇ ਰੱਖ ਲੈਂਦੇ ਨੇ। ਆਪਣੇ ਬੱਚਿਆਂ ਤੋਂ ਭਾਵ ਚਾਹੇ ਇਹਨਾਂ ਦੇ ਆਪਣੇ ਬੱਚੇ ਨੇ, ਚਾਹੇ ਇਹਨਾਂ ਦੇ ਰਿਸ਼ਤੇਦਾਰ ਨੇ, ਚਾਹੇ ਕੋਈ ਪੈਸੇ ਲੈ ਕੇ ਰੱਖ ਰਹੇ ਨੇ। ਔਰ ਉਸ ਤੋਂ ਬਾਅਦ ਨੈਕਸਟ ਇਹਨਾਂ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਰਿਕਰੂਟਮੈਂਟ ਆਈ ਪੰਜਾਬ ਦੀ, ਉਹਦੇ ਵਿੱਚ ਵੀ ਇਹਨਾਂ ਨੇ 150 ਵੈਕੈਂਸੀਜ਼ ਕੱਢੀਆਂ, ਮੇਰੇ ਖਿਆਲ 70 ਜਾਂ 75 ਬੱਚੇ ਇਹਨਾਂ ਨੇ ਰੱਖੇ। ਫਿਰ ਉਹੀ ਸਵਾਲ ਖੜਾ ਹੁੰਦਾ ਹੈ ਕਿ ਅਗਰ ਤੁਸੀਂ ਵੈਕੈਂਸੀਜ਼ 150 ਕੱਢੀਆਂ ਨੇ ਤਾਂ ਤੁਸੀਂ 70 ਜਾਂ 75 ਬੱਚੇ ਕਿਉਂ ਰੱਖੇ ਨੇ? ਤੁਸੀਂ 150 ਕਿਉਂ ਨਹੀਂ ਰੱਖੇ? ਔਰ ਜੋ ਲੜਕੀ ਟੌਪਰ ਸੀ ਇੰਟਰਵਿਊ ਦੀ, ਮੇਰੀ ਫਰੈਂਡ ਹੈਗੀ, ਉਹਨੂੰ ਤੁਸੀਂ ਕਹੋ ਇੰਟਰਵਿਊ ਦੇ ਵਿੱਚ ਮਤਲਬ ਉਹਨੂੰ ਇਹ ਰਿਮਾਰਕਸ ਮਿਲੇ ਸੀ ਕਿ ਤੈਨੂੰ ਸਾਡੇ ਤੋਂ ਵੀ ਜ਼ਿਆਦਾ ਲਾਅ ਆਉਂਦਾ, ਔਰ ਉਹ ਲੜਕੀ ਲਾਅ ਦੇ ਵਿੱਚੋਂ ਵੀ 골ਡ ਮੈਡਲਿਸਟ ਹੈ, ਸਾਡੀ ਅਕੈਡਮੀ ਦੀ ਵੀ ਟੌਪਰ ਸੀ। ਤਾਂ ਟੌਪਰ ਬੱਚੇ ਨੂੰ ਇਹਨਾਂ ਨੇ 100 ਦੇ ਵਿੱਚੋਂ 54 ਨੰਬਰ ਦਿੱਤੇ। ਤਾਂ ਅਸੀਂ ਇੱਥੇ ਫਿਰ ਇਹੀ ਸਵਾਲ ਪੁੱਛਦੇ ਹਾਂ ਕਿ ਜਦੋਂ ਤੁਸੀਂ ਇੱਦਾਂ ਦੇ ਬ੍ਰਿਲੀਅੰਟ ਰਿਮਾਰਕਸ ਮਤਲਬ ਦਿੱਤੇ ਨੇ ਤਾਂ ਤੁਸੀਂ 100 ਚੋਂ 90 ਜਾਂ 95 ਨੰਬਰ ਕਿਉਂ ਨਹੀਂ ਦਿੱਤੇ? ਹੁਣ ਅਗਰ ਮੈਂ ਤੁਹਾਨੂੰ ਰੀਸੈਂਟ ਗੱਲ ਕਰਾਂ, ਜੋ 2-3 ਸਾਲ ਪਹਿਲਾਂ ਹਰਿਆਣਾ ਦੀ ਇਹਨਾਂ ਨੇ ਰਿਕਰੂਟਮੈਂਟ ਚਲਾਈ ਸੀ, ਉਹਦੇ ਵਿੱਚ ਇਹਨਾਂ ਨੇ 256 ਵੈਕੈਂਸੀਜ਼ ਕੱਢੀਆਂ। ਉਹਦੇ ਵਿੱਚ ਫਿਰ ਇਹੀ ਹੈ ਕਿ 256 ਹਰਿਆਣਾ ਕੋਲੇ ਕੋਰਟਸ ਦਾ ਇਨਫਰਾਸਟ੍ਰਕਚਰ ਹੈ ਨਹੀਂ, ਔਰ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਜਿੱਥੇ ਟ੍ਰੇਨਿੰਗ ਲੱਗਦੀ ਹੈ ਉੱਥੇ ਵੀ ਇਹਨਾਂ ਕੋਲੇ 256 ਸੀਟਸ ਹੈ ਨਹੀਂ ਗਿਆ। ਔਰ 118 ਬੱਚੇ ਇਹਨਾਂ ਨੇ ਰੱਖ ਕੇ ਰਿਕਰੂਟਮੈਂਟ ਕਲੋਜ਼ ਕਰਤੀ। ਔਰ ਜੋ ਬਾਕੀ ਅਸੀਂ 4 ਪਟੀਸ਼ਨਾਂ ਬਾਕੀ ਬੱਚਿਆਂ ਦੀਆਂ ਸੁਪਰੀਮ ਕੋਰਟ ਫਾਈਲ ਕੀਤੀਆਂ, ਉਹ ਸੁਪਰੀਮ ਕੋਰਟ ਤੋਂ ਡਿਸਮਿਸ ਹੋ ਗਈਆਂ। ਜੋ ਅਸੀਂ ਹਾਈ ਕੋਰਟ ਫਾਈਲ ਕੀਤੀਆਂ, ਹਾਈ ਕੋਰਟ ਇਹਨਾਂ ਨੇ 1 ਸਾਲ ਦੀ ਡੇਟ ਦੇ ਦਿੱਤੀ। 1 ਸਾਲ ਦੀ ਡੇਟ ਦੇਣ ਦਾ ਮਤਲਬ ਹੈ ਕਿ ਬੇਸਿਕਲੀ ਇਹ ਸਾਨੂੰ ਸੁਣਨ ਦੇ ਵਿੱਚ ਇੰਟਰਸਟਿਡ ਨਹੀਂ ਹੈ। ਤਾਂ ਮੇਰਾ ਤਾਂ ਸਵਾਲ ਇਹੀ ਖੜਾ ਹੁੰਦਾ ਹੈ ਕਿ ਜਦੋਂ ਕੋਰਟਸ ਮਤਲਬ ਸਾਨੂੰ ਹੀ ਐਂਟਰਟੇਨ ਨਹੀਂ ਕਰ ਰਹੀਆਂ, ਅੱਜ ਦੇ ਵਕੀਲਾਂ ਨੂੰ ਐਂਟਰਟੇਨ ਨਹੀਂ ਕਰ ਰਹੀਆਂ, ਜਾਂ ਹੋਣ ਵਾਲੇ ਜੱਜਸ ਨੂੰ ਐਂਟਰਟੇਨ ਨਹੀਂ ਕਰ ਰਹੀਆਂ, ਤਾਂ ਇੱਕ ਆਮ ਬੰਦੇ ਨੂੰ, ਇੱਕ ਆਮ ਹਿੰਦੁਸਤਾਨੀ ਨੂੰ ਕੀ ਐਂਟਰਟੇਨ ਕਰਦੀਆਂ ਹੋਣਗੀਆਂ? ਔਰ ਇੱਕ ਸਵਾਲ ਉੱਠਦਾ ਹੈ ਕਿ ਜਿਸ ਤਰ੍ਹਾਂ ਅੱਜ ਜੱਜ ਹੀ ਇੱਕ ਕਟਹਿਰੇ ਵਿੱਚ ਆ ਗਏ ਨੇ, ਹੈ ਨਾ, ਅਤੇ ਕਿਤੇ ਨਾ ਕਿਤੇ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਕੁਛ ਜਿਹੜਾ ਕਿ ਸੰਵਿਧਾਨ ਦੇ ਉਲਟ ਜਾ ਕੇ ਜਾਂ ਫਿਰ ਕੁਛ ਜਿਹੜੀਆਂ ਮੁਸੀਬਤਾਂ ਜਿਹੜੀਆਂ ਕਿ ਜਿਸ ਤਰ੍ਹਾਂ ਮੰਨ ਲਓ ਕਿ ਇਸ ਟਾਈਮ ਜੋ ਹੱਕ ਵਾ ਅਸੀਂ ਆਜ਼ਾਦੀ 'ਤੇ ਜਿਹੜੀ 47 ਦੇ ਨਾਂ 'ਤੇ ਲੜੀ ਆ, ਵੀ ਅੱਜ ਵੀ ਅਸੀਂ ਕਹਿ ਰਹੇ ਆਜ਼ਾਦ ਆ, ਕਿਤੇ ਗੁਲਾਮੀ ਦਾ ਅਹਿਸਾਸ ਹੋ ਰਿਹਾ ਲੱਗਦਾ? ਦੇਖੋ ਜੀ, ਬਿਲਕੁਲ ਅਗਰ ਮੈਂ ਜੁਡੀਸ਼ੀਅਲ ਸਿਸਟਮ ਦੀ ਗੱਲ ਕਰਾਂ ਤਾਂ ਬਿਲਕੁਲ ਗੁਲਾਮੀ ਦਾ ਅਹਿਸਾਸ ਹੋ ਰਿਹਾ ਹੈ। ਅਗਰ ਆਪਾਂ ਇੰਡੀਆ ਦੀ ਗੱਲ ਕਰੀਏ, ਦੇਖੋ ਇੰਡੀਆ ਦੇ ਵਿੱਚ ਆਪਾਂ ਜੱਜਸ ਨੂੰ ਕਹਿ ਲਓ ਜਾਂ ਕੋਰਟਸ ਨੂੰ ਕਹਿ ਲਓ, ਆਪਾਂ ਇਨਸਾਨ ਮਤਲਬ ਇੱਕ ਰੱਬ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਕਿ ਜਦੋਂ ਇਨਸਾਨ ਨੂੰ ਕੋਈ ਮਤਲਬ ਥਾਣਿਆਂ ਦੇ ਵਿੱਚ ਕੋਈ ਰਿਲੀਫ ਨਹੀਂ ਮਿਲਦਾ, ਕੋਈ ਐਗਜ਼ੈਕਟਿਵ ਦੇ ਕੋਲੇ ਰਿਲੀਫ ਨਹੀਂ ਮਿਲਦਾ, ਕੋਈ ਪੋਲੀਟੀਸ਼ੀਅਨਸ ਦੇ ਕੋਲੇ ਰਿਲੀਫ ਨਹੀਂ ਮਿਲਦਾ, ਤਾਂ ਹਰ ਬੰਦਾ ਇਹ ਸੋਚਦਾ ਕਿ ਰਿਲੀਫ ਹੁਣ ਸਾਨੂੰ ਫਾਈਨਲੀ ਕੋਰਟ ਦੇ ਵਿੱਚ ਮਿਲੇਗਾ। ਔਰ ਇੱਕ ਰਿਲੀਫ ਦੀ ਮੈਂ ਆਪਣੇ ਗੱਲ ਕੀਤੀ ਕਿ ਬੀਤੇ ਦਿਨ ਅਸੀਂ ਇੱਕ ਵੀਡੀਓ ਹੋਰ ਕੀਤਾ ਸੀ ਮੇਰੀ ਪੁਕਾਰ ਸੁਣਨ 'ਤੇ, ਉਸ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਕਾਫੀ ਲੋਕ ਸ਼ਿਕਾਇਤ ਕਰਤਾ ਜਿਹੜੇ ਆ ਉਹਨਾਂ ਨੂੰ ਸਮੇਂ ਸਿਰ ਜਿਹੜੀ ਕਿ ਜਵਾਬੀ ਕਾਰਵਾਈ ਨਹੀਂ ਮਿਲਦੀ, ਜਾਂ ਫਿਰ ਜੇਕਰ ਜਿਸ ਤਰ੍ਹਾਂ ਕੋਈ ਥਾਣੇ 'ਚ ਸ਼ਿਕਾਇਤ ਦਿੰਦਾ ਉਸ ਤੋਂ ਬਾਅਦ DC SSP ਫਿਰ ਇਸ ਤਰ੍ਹਾਂ ਅਲੱਗ-ਅਲੱਗ ਵਿਭਾਗਾਂ ਜਾਣਾ ਪੈਂਦਾ, ਫਿਰ ਅਦਾਲਤਾਂ ਜਾਣਾ ਪੈਂਦਾ। ਪਰ ਕਿਤੇ ਨਾ ਕਿਤੇ ਲੱਗਦਾ ਕਿ ਜੇ ਥੱਲੇ ਹੀ ਸਿਸਟਮ ਸਹੀ ਕੀਤਾ ਜਾਵੇ ਤੇ ਉੱਪਰ ਤੱਕ ਆਉਣ ਦੀ ਲੋੜ ਨਹੀਂ ਪਏਗੀ। ਦੇਖੋ, ਬਿਲਕੁਲ ਅਗਰ ਤੁਸੀਂ ਮਹਾਤਮਾ ਗਾਂਧੀ ਜੀ ਦੀ ਥਿਓਰੀ 'ਤੇ ਜਾਂਦੇ ਹੋ, ਉਹ ਵੀ ਗ੍ਰਾਸ ਰੂਟ ਲੈਵਲ ਦੀ ਗੱਲ ਕਰਦੇ ਨੇ, ਔਰ ਅਸੀਂ ਵੀ ਇਹੀ ਕਹਿ ਰਹੇ ਹਾਂ ਕਿ ਤੁਸੀਂ ਗ੍ਰਾਸ ਰੂਟ ਲੈਵਲ ਤੋਂ ਹੀ ਤੁਹਾਨੂੰ ਸਿਸਟਮ ਨੂੰ ਠੀਕ ਕਰਨਾ ਪਏਗਾ। ਹੁਣ ਅਗਰ ਤੁਸੀਂ ਉਸ ਦਿਨ ਢਾਂਡਾ ਸਾਹਿਬ ਵੀ ਇਹੀ ਦੱਸ ਕੇ ਗਏ ਨੇ ਕਿ ਅਗਰ ਤੁਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਗੱਲ ਕਰਦੇ ਹੋ ਤਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਮਤਲਬ ਮੇਰੇ ਖਿਆਲ ਇਹਨਾਂ ਨੂੰ ਕਾਫੀ ਇੰਪੋਰਟੈਂਟ ਮੈਟਰਸ ਹੀ ਸੁਣਨੇ ਚਾਹੀਦੇ ਨੇ, ਬਟ ਇਹ ਲੋਕ ਮੇਰੇ ਖਿਆਲ ਬੇਲ ਮੈਟਰਸ ਸੁਣਨ ਦੇ ਵਿੱਚ ਜ਼ਿਆਦਾ ਇੰਟਰਸਟਿਡ ਨੇ। ਨੀਚੇ ਦੀਆਂ ਕੋਰਟਸ ਤੋਂ ਇਹ ਬੇਲ ਮੈਟਰਸ ਆਪਣੇ ਕੋਲ ਮੰਗਵਾਉਂਦੇ ਨੇ, ਕਿਉਂਕਿ
ਸਾਰਾ ਪੈਸਾ ਇਹਨਾਂ ਨੇ ਲੈਣਾ ਬੇਲਸ ਦਾ, ਇਹਨਾਂ ਦੇ ਬੱਚੇ ਮਤਲਬ ਜਿੱਦਾਂ ਬੇਲਸ ਦੇ ਮੈਟਰ ਫਾਈਲ ਕਰਦੇ ਨੇ ਉਹਨਾਂ ਨੂੰ ਰਿਲੀਫ ਦਿੱਤਾ ਜਾਂਦਾ। ਇੱਕ ਆਮ ਜਿੱਦਾਂ ਸਾਡੇ ਨੌਜਵਾਨ ਜਿਹੜੇ ਦੋਸਤ ਨੇ ਉਹ ਬੇਲ ਦੇ ਮੈਟਰ ਫਾਈਲ ਕਰਦੇ ਨੇ ਉਹਨਾਂ ਨੂੰ ਰਿਲੀਫ ਨਹੀਂ ਦਿੱਤਾ ਜਾਂਦਾ। ਤਾਂ ਉਹੀ ਹੈ ਕਿ ਇਹਨੂੰ ਤੁਸੀਂ ਨੈਪੋਟਿਜ਼ਮ ਕਹਿ ਲਓ, ਕਰਪਸ਼ਨ ਕਹਿ ਲਓ, ਭਾਈ ਭਤੀਜਾਵਾਦ ਕਹਿ ਲਓ, ਮਤਲਬ ਬਹੁਤ ਜ਼ਿਆਦਾ ਸਾਰੀਆਂ ਲਿਮਿਟਸ ਨੂੰ ਕ੍ਰਾਸ ਕਰ ਚੁੱਕਿਆ ਇਹ ਚੀਜ਼ਾਂ। ਔਰ ਇੱਕ ਖਾਸ ਗੱਲ ਹੈ ਕਿ ਜਿਸ ਤਰ੍ਹਾਂ ਇੱਕ ਨਜ਼ਰ ਆ ਰਹੀ ਹੈ ਕਿ ਜਿਸ ਤਰ੍ਹਾਂ ਇੱਕ ਪਰਿਵਾਰਵਾਦ ਜਿੱਦਾਂ ਸਿਆਸਤਦਾਨ 'ਚ ਵੀ ਅਸੀਂ ਦੇਖ ਸਕਦੇ ਹਾਂ ਕਿ ਜਿੱਦਾਂ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਇਲਜ਼ਾਮ ਲੱਗ ਰਹੇ ਨੇ ਪਰਿਵਾਰ ਚੱਲ ਰਿਹਾ ਤਾਂ ਪਰਿਵਾਰਵਾਦ ਚੱਲ ਰਿਹਾ, ਇੱਦਾਂ ਹੀ ਕਿਤੇ ਨਾ ਕਿਤੇ ਕੋਰਟਾਂ ਵਿੱਚ ਪਰਿਵਾਰ ਹੋਣਾ ਕਿਤੇ ਬਹੁਤ ਦੁਖਾਨ ਦੀ ਗੱਲ ਹੈਗੀ। ਇੱਕ ਚੱਲਦੇ ਹੋਏ ਛੋਟਾ ਜਿਹਾ ਸਵਾਲ ਹੈ ਕਿ ਤਾਂ ਆਪਾਂ ਬ੍ਰੇਕ ਬਾਅਦ ਫਿਰ ਮਿਲਾਂਗੇ। ਬ੍ਰੇਕ ਤੋਂ ਪਹਿਲਾਂ ਇੱਕ ਸਵਾਲ ਹੈਗਾ ਕਿ RTI ਇੱਕ ਜਿਹੜਾ ਕਿ 2005 ਵਿੱਚ ਇੱਕ ਬਹੁਤ ਵਧੀਆ ਇੱਕ ਹਥਿਆਰ ਲਿਆਂਦਾ ਸੀ, ਪਰ ਉਹਦਾ ਵੀ ਸਹੀ ਇਸਤੇਮਾਲ ਨਾ ਹੋਣਾ, ਲੋਕਾਂ ਵੱਲੋਂ ਸੂਚਨਾ ਮੰਗੀਆਂ ਜਾਂਦੀਆਂ ਪਰ ਸਮੇਂ ਸਿਰ ਨਹੀਂ ਦਿੱਤੀਆਂ ਜਾਂਦੀਆਂ, ਤੇ ਇਹਦੇ ਵਾਸਤੇ ਇਹਦੇ ਤੇ ਦੇਖੋ ਮੈਂ ਤੁਹਾਨੂੰ 3 ਇੰਸਟਾਂਸ ਮੈਂ ਤੁਹਾਨੂੰ RTI ਦੇ ਦੱਸ ਦੇਣਾ। ਇੱਕ ਤਾਂ ਰੀਸੈਂਟ ਅਸੀਂ ਹਰਿਆਣੇ ਦੀਆਂ ਬੱਚਿਆਂ ਨੇ ਆਨਸਰ ਸ਼ੀਟਸ ਅਪਲਾਈ ਕੀਤੀਆਂ ਸੀ। RTI ਐਕਟ ਦੀ ਅਗਰ ਤੁਸੀਂ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਕੋਈ 30 ਦਿਨ ਕਹਿ ਲਓ ਜਾਂ 60 ਦਿਨ ਕਹਿ ਲਓ, ਮੈਕਸਿਮਮ 90 ਦਿਨ ਕਹਿ ਲਓ। ਹਾਂ, ਨਾਰਮਲੀ ਮਤਲਬ 30 ਦਿਨ ਦੇ ਵਿੱਚ ਇਹਨਾਂ ਨੇ ਜਿਹੜਾ ਜਵਾਬ ਹੈ ਦੇਣਾ ਹੁੰਦਾ। ਤਾਂ ਅਸੀਂ ਹੁਣ ਹਰਿਆਣੇ ਦੀਆਂ ਜਦੋਂ ਆਨਸਰ ਸ਼ੀਟਾਂ ਅਪਲਾਈ ਕੀਤੀਆਂ ਤਾਂ ਇਹਨਾਂ ਨੇ 150 ਦਿਨ ਤੱਕ ਸਾਡੀਆਂ ਆਨਸਰ ਸ਼ੀਟਾਂ ਦੇਣ ਦੀ ਦੱਬਣ ਦੀ ਕੋਸ਼ਿਸ਼ ਕੀਤੀ। ਚਲੋ ਫਾਈਨਲੀ ਮਤਲਬ 150 ਦਿਨਾਂ ਬਾਅਦ ਇਹਨਾਂ ਨੇ ਸਾਡੀਆਂ ਆਨਸਰ ਸ਼ੀਟਾਂ ਦਿੱਤੀਆਂ ਨੇ, ਔਰ ਉਹਦੇ 'ਚ ਵੀ ਕਾਫੀ ਕਹਿ ਲਓ ਕਾਫੀ ਗ੍ਰੋਸ ਮਤਲਬ ਉਹਦੇ 'ਚ ਡਿਸਕ੍ਰੀਪੈਂਸੀਜ਼ ਆਈਆਂ ਨੇ। ਜਾਂ ਅਗਰ ਮੈਂ ਤੁਹਾਨੂੰ ਮੱਧ ਪ੍ਰਦੇਸ਼ ਦੀ ਐਗਜ਼ਾਮਪਲ ਦੇਵਾਂ, ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੇ 100 ਵੈਕੈਂਸੀਜ਼ ਕੱਢੀਆਂ ਸੀ ADJ ਦੀਆਂ, ਔਰ ਇਹਨਾਂ ਨੇ ਇੱਕ ਵੀ ਬੱਚਾ ਉੱਥੇ ਸਿਲੈਕਟ ਨਹੀਂ ਕੀਤਾ। ਤਾਂ ਜਦੋਂ ਬੱਚੇ ਇਕੱਠੇ ਹੋ ਕੇ ਮੱਧ ਪ੍ਰਦੇਸ਼ ਹਾਈ ਕੋਰਟ ਕੋਲੇ ਆਪਣੀਆਂ ਆਨਸਰ ਸ਼ੀਟਾਂ ਲੈਣ ਗਏ RTI ਐਕਟ ਦੇ ਵਿੱਚ, ਜੋ ਕਿ ਇੱਕ ਨਾਰਮਲੀ ਮਤਲਬ ਪਬਲਿਕ ਡਾਕੂਮੈਂਟਸ ਨਾਲ ਹੀ ਡੀਲ ਕਰਦਾ, ਤਾਂ ਮੱਧ ਪ੍ਰਦੇਸ਼ ਹਾਈ ਕੋਰਟ ਨੇ ਮਨਾ ਕਰਤਾ ਕਿ ਅਸੀਂ ਆਨਸਰ ਸ਼ੀਟਾਂ ਨਹੀਂ ਦੇ ਸਕਦੇ। ਔਰ ਜਦੋਂ ਉਹੀ ਬੱਚੇ ਸੁਪਰੀਮ ਕੋਰਟ ਦੇ ਵਿੱਚ ਆਪਣੀਆਂ ਆਨਸਰ ਸ਼ੀਟਾਂ ਮੰਗਣ ਗਏ ਤਾਂ ਸੁਪਰੀਮ ਕੋਰਟ ਨੇ ਵੀ ਮਨਾ ਕਰਤਾ। ਤਾਂ ਉਹ ਸਾਰਾ ਬੇਸਿਕਲੀ ਉਹ RTI ਐਕਟ ਦੀ ਹੀ ਉਲੰਘਣਾ ਹੋ ਰਹੀ ਹੈ। ਔਰ ਮੈਂ ਤੁਹਾਡੇ ਮੀਡੀਆ ਰਾਹੀਂ ਮੈਂ ਦਿੱਲੀ ਦੇ ਵਿੱਚ ਬੈਠੀਆਂ ਸਰਕਾਰਾਂ ਨੂੰ ਜਾਂ ਕਹਿ ਲਓ ਸਾਡੇ ਚੀਫ ਜਸਟਿਸ ਨੂੰ ਮੈਂ ਇਹੀ ਕੁਐਸਚਨ ਖੜਾ ਕਰੂੰਗਾ ਕਿ ਉਹ ਬੱਚੇ ਕਿੱਥੇ ਜਾਣ ਜਿਨ੍ਹਾਂ ਨੂੰ ਤੁਸੀਂ ਉਹਨਾਂ ਦੀਆਂ ਆਨਸਰ ਸ਼ੀਟਾਂ ਦੇਣ ਤੋਂ ਹੀ ਮਨਾ ਕਰਤਾ। ਤਾਂ ਇੱਕ ਮੈਂ ਤੁਹਾਨੂੰ ਹੋਰ ਇੰਸਟਾਂਸ ਮੈਂ ਤੁਹਾਨੂੰ ਦਿਖਾਣਾ RTI ਦਾ। ਆ ਇੱਕ ਬੱਚਾ ਹੈਗਾ, ਇਹਦੀ ਅਸੀਂ RTI ਫਾਈਲ ਕੀਤੀ ਸੀ। ਇਹ ਬੱਚਾ ADA ਹੈਗਾ, ਜਦ ਕਿ RTI ਦੇ ਵਿੱਚ ਤੁਸੀਂ ਦੇਖੋ ਮੈਂ ਤੁਹਾਨੂੰ ਕੈਮਰੇ ਤੇ ਦਿਖਾ ਦਿੰਨਾ, ਇਹ ਬੱਚਾ ਨਾਟ ਕੁਆਲੀਫਾਈਡ ਫॉर ਇੰਟਰਵਿਊ ਆ ਰਿਹਾ ਹੈਗਾ, ਬਟ ਸਟਿਲ ਇਹ ਬੱਚਾ ਹਰਿਆਣਾ ਸਰਕਾਰ ਦੇ ਵਿੱਚ ਜਾਂ ਪੰਜਾਬ ਸਰਕਾਰ ਦੇ ਵਿੱਚ ਐਜ਼ ADA ਕੰਮ ਕਰ ਰਿਹਾ ਹੈਗਾ। ਤਾਂ ਕਹਿਣ ਦਾ ਮਤਲਬ ਘਪਲੇਬਾਜ਼ੀ ਬਹੁਤ ਜ਼ਿਆਦਾ ਜ਼ੋਰਾਂ ਸ਼ੋਰਾਂ ਨਾਲ ਕੋਰਟਸ ਦੇ ਵਿੱਚ ਚੱਲ ਰਹੀ ਹੈ। ਮੇਅਰਲੀ ਮਤਲਬ ਇਹਨਾਂ ਨੂੰ ਕੋਈ ਪੁੱਛਣ ਗਿੱਛਣ ਵਾਲਾ ਹੈ ਨਹੀਂਗਾ। ਤਾਂ ਮਤਲਬ ਬੜੇ ਹਾਰਸ਼ ਵਰਡਸ ਮੈਂ ਯੂਜ਼ ਕਰ ਰਿਹਾ ਕਿ ਲੋਕ ਸ਼ਾਇਦ ਰੱਬ ਭੁੱਲ ਚੁੱਕੇ ਨੇ ਜਾਂ ਕੁਝ ਵੀ ਕਰ ਰਹੇ ਨੇ। ਮੈਨੂੰ ਮਤਲਬ ਕੋਈ ਸਮਝ ਨਹੀਂ ਆ ਰਹੀ ਵੀ ਕੀ ਬਣੇਗਾ ਇਸ ਦੇਸ਼ ਦਾ। ਔਰ ਕਿਤੇ ਨਾ ਕਿਤੇ ਬਹੁਤ ਦੁਖਾਨ ਦੀ ਗੱਲ ਹੈਗੀ ਹੈ ਕਿ ਜਿਹੜਾ ਕਿ ਭਾਰਤ ਵਿੱਚ ਜਿਸ ਤਰ੍ਹਾਂ ਕਿ ਫਿਰ ਉਸੇ ਮੋੜ ਤੇ ਆ ਗਏ, ਜਿਸ ਤਰ੍ਹਾਂ ਕਿ ਧਰਨੇ ਲੱਗਣਾ ਜਾਂ ਅੰਗਰੇਜ਼ ਸਰਕਾਰ ਦੇ ਟਾਈਮ ਜਾਂ ਜਿਹੜੀਆਂ ਲਾਠੀਆਂ ਪੈਂਦੀਆਂ ਸੀਗੀਆਂ। ਔਰ ਕਿਤੇ ਨਾ ਕਿਤੇ ਕਹਿ ਲਓ ਕਿ ਲਾਠੀਆਂ ਦਾ ਬੇਸ਼ੱਕ ਉਸ ਤਰ੍ਹਾਂ ਨਹੀਂ ਵੱਜਦੀਆਂ, ਪਰ ਉਹ ਜਿਹੜੀ ਇਹ ਸਮੇਂ ਦੀ ਮਾਰ ਆ ਜਾਂ ਬੇਰੁਜ਼ਗਾਰੀ ਆ ਜਾਂ ਸਮੇਂ ਸਿਰ ਜੋ ਹੱਕ ਨਾ ਮਿਲਣਾ, ਇਹ ਉਸ ਤੋਂ ਵੀ ਵੱਡਾ ਦੁਖਾਨ ਦਾ। ਔਰ ਫਿਰ ਆਪਾਂ ਇਸੇ ਇੰਟਰਵਿਊ ਨਾਲ ਬਣੇ ਰਹਾਂਗੇ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਇੱਕ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਦਰਸ਼ਕਾਂ ਦਾ। ਔਰ ਮੇਰੀ ਪੁਕਾਰ ਵਿੱਚ ਜਿੱਥੇ ਕਿ ਅਸੀਂ ਗੱਲਬਾਤ ਕਰਦੇ ਕਿ ਜੋ ਜੱਜਾਂ ਦੀ ਧਾਂਦਲੀ ਜੋ ਕਿ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਜਾਂ ਇਸ ਤਰ੍ਹਾਂ ਹੀ ਵੱਖ-ਵੱਖ ਥਾਂ ਤੋਂ। ਔਰ ਮੈਮ ਜਿਸ ਤਰ੍ਹਾਂ ਕਿ ਜੋ ਵਕਾਲਤ ਦੇ ਜੋ ਇਸ ਟਾਈਮ ਜਿਸ ਤਰ੍ਹਾਂ ਬੱਚੇ ਜੋ ਪੇਪਰ ਦੇ ਰਹੇ ਹੈਗੇ ਆ ਜਾਂ ਐਗਜ਼ਾਮ ਦੇ ਰਹੇ ਆ ਜਿਸ ਤਰ੍ਹਾਂ ਜੱਜ ਦੇ, ਔਰ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆਈਆਂ, ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਕੀ ਹੋਣਾ ਚਾਹੀਦਾ? ਮੁਸ਼ਕਿਲਾਂ ਦੇਖੋ ਬਹੁਤ ਸਾਰੀਆਂ ਨੇ, ਔਰ ਇਹਦੇ 'ਚ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜਾ ਬੱਚਾ ਕਾਲਜ ਤੋਂ ਡਿਗਰੀ ਲੈ ਕੇ ਨਿਕਲਦਾ ਹੈ ਔਰ ਪ੍ਰੈਕਟਿਸ ਕਰਦਾ ਹੈ ਕੋਰਟ ਦੇ ਵਿੱਚ, ਪਰਫਾਰਮੈਂਸ ਉਹਦੀ ਸਭ ਤੋਂ ਵਧੀਆ ਹੁੰਦੀ ਆ। ਕਾਲਜ ਦੇ ਵਿੱਚ ਬੱਚਾ 70% 80% ਸਕੋਰ ਕਰ ਰਿਹਾ, ਬਟ ਉਹ ਅਸੀਂ ਸੈਲਫ ਐਸਟੀਮ ਬੰਦੇ ਦਾ ਜੋ ਸੈਲਫ ਕੌਨਫੀਡੈਂਸ ਹੈ ਬੱਚੇ ਦਾ, ਅਸੀਂ ਇੰਨਾ ਗਿਰਾ ਦਿੰਦੇ ਹਾਂ ਉਹਨੂੰ ਪੇਪਰ 'ਚ ਨੰਬਰ ਦੇ ਕੇ ਕਿ ਜਿਹੜਾ ਉਹ ਡਿਜ਼ਰਵ ਹੀ ਨਹੀਂ ਕਰਦਾ। ਕਿਉਂਕਿ ਇੱਥੇ ਦਿੱਕਤ ਕੀ ਹੈ ਕਿ ਅੱਜ ਕੱਲ੍ਹ ਤਾਂ ਸਾਰਾ ਕੁਝ ਵੈਸੇ ਟਰਾਂਸਪੇਰੈਂਟ ਹੈ। ਇੱਧਰ ਤੁਸੀਂ ਪੇਪਰ ਦੇ ਕੇ ਆਓ, ਘਰ ਆਉਂਦੇ ਹੋ, ਉਨੀ ਦੇਰ 'ਚ ਆਨਸਰ ਸ਼ੀਟ ਅਪਲੋਡ ਹੋ ਜਾਂਦੀ, ਬੱਚਾ ਆਪਣੇ ਨੰਬਰ ਕਾਊਂਟ ਕਰ ਚੁੱਕਾ ਹੁੰਦਾ ਹੈ ਕਿ ਇਹ ਮੇਰੇ ਨੰਬਰ ਬਣਦੇ ਨੇ ਐਂਡ ਦਿਸ ਇਜ਼ ਮਾਈ ਮੈਂ ਕੁਆਲੀਫਾਈ ਕਰ ਲੂੰਗਾ। ਬਟ ਜਦੋਂ ਅਸੀਂ ਉਹ ਮਾਰਕਸ ਦੇਖਦੇ ਆ, ਜਦੋਂ ਡਿਕਲੇਅਰ ਹੁੰਦੇ ਆ ਅਥਾਰਟੀ ਵੱਲੋਂ, ਜਦੋਂ ਅਥਾਰਟੀ ਵੱਲੋਂ ਆਰਗੇਨਾਈਜੇਸ਼ਨ ਵੱਲੋਂ ਮਾਰਕਸ ਡਿਕਲੇਅਰ ਹੁੰਦੇ, ਉਹ ਬਿਲਕੁਲ ਹੀ ਓਪੋਜ਼ਿਟ ਚਲੇ ਜਾਂਦੇ ਨੇ। ਬੱਚਾ ਕੁਆਲੀਫਾਈ ਨਹੀਂ ਕਰ ਰਿਹਾ, ਜਦੋਂ ਕਿ ਆਨਲਾਈਨ ਜਿਹੜੀ ਆਨਸਰ ਸ਼ੀਟ ਡਿਕਲੇਅਰ ਕੀਤੀ ਗਈ ਸੀ ਉਹਦੇ ਹਿਸਾਬ ਨਾਲ ਬੱਚਾ ਕੁਆਲੀਫਾਈ ਕਰ ਰਿਹਾ। ਹੁਣ ਇੱਥੇ ਜਿਹੜਾ ਸਿਸਟਮ ਕਰਪਸ਼ਨ ਦੀ ਆਪਾਂ ਗੱਲ ਕਰੀਏ ਕਿ ਜਿਹੜਾ ਬੱਚਾ ਅਗਰ YouTube ਦੀ ਵੀਡੀਓ ਨਾਲ ਜਾਂ ਜਿੰਨਾ ਕੁ ਉਹਨੇ ਲਾਅ ਪੜ੍ਹਿਆ ਉਹਦੇ ਹਿਸਾਬ ਨਾਲ ਉਹਨਾਂ ਨੇ ਆਪਣੇ ਆਨਸਰ ਐਨਾਲਾਈਜ਼ ਕੀਤੇ, ਜੇ ਉਹਦੇ ਮਾਰਕਸ ਦੇ ਹਿਸਾਬ ਨਾਲ ਉਹ ਕੁਆਲੀਫਾਈ ਕਰ ਰਿਹਾ ਹੈ ਤਾਂ ਉਹ ਆਰਗੇਨਾਈਜੇਸ਼ਨ ਦੇ ਰਿਜ਼ਲਟ ਨਾਲ ਕਿਉਂ ਨਹੀਂ ਕੁਆਲੀਫਾਈ ਕਰ ਪਾ ਰਿਹਾ? ਸੋ ਇੱਥੇ ਸਾਫ਼-ਸਾਫ਼ ਗੱਲ ਇਹੀ ਹੈ ਕਿ ਟਰਾਂਸਪੇਰੈਂਸੀ ਨਹੀਂ ਹੈਗੀ। ਜੇ ਬੱਚਾ RTI ਲਾ ਕੇ ਆਪਣੀਆਂ ਆਨਸਰ ਸ਼ੀਟ ਦੀ ਡਿਮਾਂਡ ਕਰਦਾ, ਉਹਨੂੰ ਆਨਸਰ ਸ਼ੀਟ ਨਹੀਂ ਦਿੱਤੀਆਂ ਜਾਂਦੀਆਂ।
ਜੇ ਦਿੱਤੀਆਂ ਵੀ ਜਾਂਦੀਆਂ ਨੇ ਇੰਨਾ ਡਿਲੇ ਕਰ ਦਿੱਤਾ ਜਾਂਦਾ ਹੈ ਪ੍ਰੋਸੈਸ ਕਿ ਓਨੀ ਦੇਰ 'ਚ ਤਾਂ ਰਿਕਰੂਟਮੈਂਟ ਹੀ ਕੰਪਲੀਟ ਹੋ ਗਈ, ਤੇ ਜਦੋਂ ਸਾਡਾ ਪਰਪਸ ਹੀ ਸੋਲਵ ਨਹੀਂ ਹੋਇਆ ਤੇ ਉਸ ਅਸੀਂ ਆਰਟੀਆਈ ਦਾ ਕਰਨਾ ਕੀ ਹੈ। ਔਰ ਇੱਕ ਗੱਲ ਡਿਲੇ ਦੀ ਜਿਸ ਤਰ੍ਹਾਂ ਗੱਲ ਕੀਤੀ ਵੀ ਇੱਕ ਜਿਹੜੀ ਦੇਰੀ ਹੁਣ ਹਰ ਕੰਮ ਵਿੱਚ, ਜੀ। ਔਰ ਜਿਸ ਤਰ੍ਹਾਂ ਅਸੀਂ ਹੁਣ ਕੋਈ ਸ਼ਿਕਾਇਤ ਜਿਵੇਂ ਤੁਹਾਡੀ ਅਦਾਲਤ ਨਾਲ ਸੰਬੰਧਿਤ ਹੈਗਾ ਕਿ ਕੁਝ ਲੋਕ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਗਏ ਵੀ ਪੁਲਿਸ ਵਿਭਾਗ 'ਚ ਆਪਣੀ ਸ਼ਿਕਾਇਤ ਲਾਉਂਦੇ ਨੇ, ਉਹਨਾਂ ਨੂੰ ਸਮੇਂ ਸਿਰ ਇਨਸਾਫ ਨਾ ਮਿਲਣਾ, ਜੇ ਸ਼ਿਕਾਇਤ ਕੀਤੀ ਆ ਉਹਦੀਆਂ ਕਿ ਇੱਕ ਸਭ ਤੋਂ ਵੱਡਾ ਇੱਕ ਰੀਜ਼ਨ ਇਹ ਵੀ ਹੁੰਦਾ ਕਿ ਕਾਪੀਆਂ ਹੀ ਨਹੀਂ ਮਿਲਦੀਆਂ, ਕਾਪੀਆਂ ਨਾ ਮਿਲਣਾ। ਜੇ ਮੰਨ ਲਓ ਅਸੀਂ ਕਿਤੇ ਬਿਆਨ ਦਿੰਦੇ ਉਹ 'ਚ ਕਹਿੰਦੇ ਵੀ ਇਹ ਅਸੀਂ ਬਿਆਨ ਦੀ ਕਾਪੀ ਨਹੀਂ ਤੁਹਾਨੂੰ ਦੇ ਸਕਦੇ। ਔਰ ਇੱਕ ਜਿਹੜੀ ਇੱਕ ਰਿਕਾਰਡਡ ਚੀਜ਼, ਇੱਕ ਜਿਸ ਤਰ੍ਹਾਂ ਅਸੀਂ ਸਾਰਿਆਂ ਨਾਲ ਪਹਿਲਾਂ ਵੀ ਗੱਲ ਇੱਕ ਇੰਟਰਵਿਊ ਕੀਤੀ ਆ ਕਿ ਜਿਹੜੀ ਔਨ ਰਿਕਾਰਡ ਵੀਡੀਓ ਰਿਕਾਰਡ ਜਿਹੜੇ ਬਿਆਨ ਕੀਤੇ ਜਾਣ, ਇਹਦੇ ਮਾਮਲੇ 'ਚ ਜਿਹੜੀ ਪੁਲਿਸ ਥਾਣੇ ਕਿਸੇ ਨੇ ਵੀ ਵੀਡੀਓ ਕੈਮਰੇ ਅੱਜ ਤੱਕ ਨਹੀਂ ਲਗਾਏ, ਇਹਦੇ ਬਾਰੇ ਖਾਸ ਇਹਦੇ ਬਾਰੇ 'ਚ ਦੇਖੋ ਇਹ ਹੈ ਕਿ ਵੀਡੀਓਗ੍ਰਾਫੀ ਸਟੇਟਮੈਂਟਸ ਲਈ ਇੱਕ ਹਾਈ ਕੋਰਟ 'ਚ ਐਪਲੀਕੇਸ਼ਨ ਦਿੱਤੀ ਜਾਂਦੀ ਹੈ। ਉਹ ਤੁਸੀਂ ਐਪਲੀਕੇਸ਼ਨ ਦਿਓ ਤੇ ਤੁਸੀਂ ਡਿਮਾਂਡ ਕਰ ਸਕਦੇ ਹੋ, ਰਿਕੁਐਸਟ ਕਰ ਸਕਦੇ ਹੋ ਕਿ ਤੁਸੀਂ ਜਿਹੜੀਆਂ ਤੁਹਾਡੀਆਂ ਸਟੇਟਮੈਂਟਸ ਦਿਓ ਵੀਡੀਓਗ੍ਰਾਫਡ ਹੋਣ। ਜੇ ਤੁਹਾਨੂੰ ਕੋਈ ਆਸ਼ੰਕਾ ਹੈ ਕਿ ਪੁਲਿਸ ਜਿਹੜੀ ਹੈ ਤੁਹਾਡੇ ਐਸ ਪਰ ਲਾਅ ਕੰਮ ਨਹੀਂ ਕਰ ਰਹੀ, ਸਟੇਟਮੈਂਟਸ ਜਿਹੜੀਆਂ ਰਿਕਾਰਡ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਕੋਈ ਧਾਂਦਲੇਬਾਜ਼ੀ ਹੋ ਸਕਦੀ ਹੈ, ਤਾਂ ਉਹਦੇ ਲਈ ਤੁਸੀਂ ਹਾਈ ਕੋਰਟ ਨੂੰ ਅਪਰੋਚ ਕਰਕੇ ਇੱਕ ਐਪਲੀਕੇਸ਼ਨ ਲਗਾ ਸਕਦੇ ਹੋ ਕਿ ਸਾਡੀਆਂ ਜਿਹੜੀਆਂ ਸਟੇਟਮੈਂਟਸ ਹੋਣੀਆਂ ਨੇ ਉਹ ਵੀਡੀਓਗ੍ਰਾਫ ਕੀਤੀਆਂ ਜਾਣ। ਤੇ ਉਹਦੇ ਨਾਲ ਤੁਸੀਂ ਇਹ ਕਰ ਸਕਦੇ ਹੋ ਕਿ ਆਰਟੀਆਈ ਲਗਾ ਕੇ ਆਪਣੇ ਡਾਕੂਮੈਂਟਸ ਲੈ ਸਕਦੇ ਹੋ। ਲੇਕਿਨ ਫਿਰ ਪ੍ਰੋਬਲਮ ਉੱਥੇ ਆਉਂਦੀ ਹੈ ਕਿ ਆਰਟੀਆਈ ਦਾ ਸਹੀ ਜਵਾਬ ਦਿੱਤਾ ਨਹੀਂ ਜਾਂਦਾ ਤੇ ਟਾਈਮਲੀ ਜਵਾਬ ਨਹੀਂ ਦਿੱਤਾ ਜਾਂਦਾ। ਦੋ ਚੀਜ਼ਾਂ ਨੇ। ਹੁਣ ਮੈਂ ਵੀ ਆਰਟੀਆਈਜ਼ ਫਾਈਲ ਕੀਤੀ ਆ, ਮੇਰੀ ਆਰਟੀਆਈ ਦਾ ਜਵਾਬ ਨਹੀਂ ਦਿੱਤਾ ਜਾਂਦਾ। ਪਹਿਲੀ ਗੱਲ ਤਾਂ 30 ਦਿਨ ਕੰਪਲੀਟ ਹੋ ਜਾਂਦੇ, ਆਰਟੀਆਈ ਦਾ ਜਵਾਬ ਹੀ ਨਹੀਂ। ਜੇ ਜਵਾਬ ਦਿੱਤਾ ਵੀ ਜਾਂਦਾ ਹੈ ਉਹ ਜਵਾਬ ਨਹੀਂ ਜਿਹੜਾ ਅਸੀਂ ਰਿਕੁਐਸਟ ਕਰ ਰਹੇ ਆਰਟੀਆਈ 'ਚ ਜਿਹੜੀ ਇਨਫੋਰਮੇਸ਼ਨ, ਕਿਉਂਕਿ ਜਿਹੜੀ ਚੀਜ਼ ਪਬਲਿਕਲੀ ਅਵੇਲੇਬਲ ਹੈ ਇੰਟਰਨੈਟ ਤੇ ਉਹਦੀ ਕਾਪੀ ਅਵੇਲੇਬਲ ਹੈ, ਉਹ ਡਾਕੂਮੈਂਟ ਤੁਸੀਂ ਪਬਲਿਕ ਨੂੰ ਕਿਉਂ ਨਹੀਂ ਦੇ ਸਕਦੇ ਥਰੂ ਆਰਟੀਆਈ? ਵੀ ਜਸਟ ਵਾਂਟ ਅ ਸਰਟੀਫਾਈਡ ਕਾਪੀ, ਦੈਟਸ ਇਟ। ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੀਆਂ ਸਾਡੇ ਆਪਣੇ ਹੀ ਬਿਆਨ ਦਿੰਦੇ ਆ ਉਹਦੇ ਬਿਆਨ ਵੀ ਸਾਨੂੰ ਟੈਸਟਡ ਕਾਪੀਆਂ ਨਹੀਂ ਉਸ ਟਾਈਮ ਦਿੱਤੀਆਂ ਜਾਂਦੀਆਂ, ਜਾਂ ਸਾਨੂੰ ਨਹੀਂ ਦਿੱਤਾ ਜਾਂਦਾ। ਕਿਤੇ ਨਾ ਕਿਤੇ ਤਬਦੀਲੀ ਜਾਂ ਜਦੋਂ ਬਿਆਨ ਜੇ ਆਪ ਵੀ ਅਫਸਰ ਲਿਖਦੇ ਆ ਉਹਦੇ ਵਿੱਚ ਉਸ ਤਰੀਕੇ ਨਾਲ ਹੀ ਲਿਖੇ ਜਾਂਦੇ ਜਿਸ ਹਿਸਾਬ ਨਾਲ ਅਸੀਂ ਦੇਣਾ ਚਾਹੁੰਦੇ ਆ। ਤੇ ਲੱਗਦਾ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਕੋਈ ਇਹੋ ਜਿਹਾ ਉਲਝਣ ਹੈਗੀ ਆ, ਤੇ ਜਾਂ ਫਿਰ ਅਸੀਂ ਜੇ ਖੁਦ ਬਿਆਨ ਲਿਖ ਕੇ ਲਿਆਉਣਾ ਚਾਹੁੰਦੇ ਆ ਉਹਨੂੰ ਐਕਸੈਪਟ ਨਹੀਂ ਕੀਤਾ ਜਾਂਦਾ। ਨਹੀਂ, ਉਹਦੇ ਲਈ ਇੱਕ ਪ੍ਰੋਵੀਜ਼ਨ ਹੈਗਾ ਹੈ। ਉਹਦੇ ਲਈ ਹੈ ਕਿ ਜਿੱਦਾਂ ਕੋਰਟ ਦੇ ਵਿੱਚ ਕਿਹਾ ਜਾਂਦਾ ਹੈ ਕਿ ਪੁਲਿਸ ਨੂੰ ਦਿੱਤੀ ਗਈ ਕੋਈ ਵੀ ਸਟੇਟਮੈਂਟ ਐਜ਼ ਐਨ ਐਵੀਡੈਂਸ ਕੋਰਟ 'ਚ ਮਾਨਿਆ ਨਹੀਂ ਹੁੰਦੀ। ਠੀਕ ਹੈ ਜੀ। ਉਹ ਇਸੇ ਕਰਕੇ ਆ ਕਿਉਂਕਿ ਬਹੁਤ ਸਾਰੀਆਂ ਅਦਾਲਤਾਂ ਨੂੰ ਵੀ ਇਹ ਲੱਗਦਾ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਸਟੇਟਮੈਂਟਸ ਲਿਖਦਾ ਹੈ ਉਹ ਐਜ਼ ਪਰ ਲਾਅ ਨਹੀਂ ਹੁੰਦੀਆਂ। ਐਜ਼ ਪਰ ਲਾਅ ਕਿਉਂ ਨਹੀਂ ਹੁੰਦੀਆਂ? ਕਿਉਂਕਿ ਅਸੀਂ ਵਿਕਟਿਮ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ, ਜਾਂ ਜਿਹੜੀ ਸਟੇਟਮੈਂਟ ਵਿਕਟਿਮ ਚਾਹੁੰਦਾ ਸੀ ਲਿਖਾਣੀ ਉਹ ਨਹੀਂ ਲਿਖਾ ਪਾਇਆ। ਪੁਲਿਸ ਦੇ ਪ੍ਰੈਸ਼ਰ ਦੇ ਅੰਡਰ, ਜਾਂ ਕਹਿ ਲਓ ਪੁਲਿਸ ਦੇ ਡਰ ਦੇ ਅੰਡਰ, ਉਹ ਇਹ ਡਰ ਦੇ ਕਰਕੇ, ਜਾਂ ਕਹਿ ਲਓ ਕਿ ਪੁਲਿਸ ਦੇ ਪ੍ਰੈਸ਼ਰ ਦਾ ਕਰਕੇ। ਕਿਉਂਕਿ ਅੱਜ ਕੱਲ੍ਹ ਮੋਸਟਲੀ ਕੇਸਿਸ 'ਚ ਇਹ ਦੇਖਿਆ ਜਾਂਦਾ ਵਿਕਟਿਮਸ ਜਿਹੜੇ ਸਾਨੂੰ ਆ ਕੇ ਮਿਲਦੇ ਨੇ ਉਹ ਕਹਿੰਦੇ ਜੀ ਅਸੀਂ ਜਦੋਂ ਸਟੇਟਮੈਂਟ ਦੇਣ ਗਏ ਪੁਲਿਸ ਨੇ ਸਾਨੂੰ ਇੰਨਾ ਡਰਾਤਾ, ਇੰਨਾ ਧਮਕਾਤਾ ਕਿ ਅਸੀਂ ਉਹ ਸਟੇਟਮੈਂਟ ਦੇ ਹੀ ਨਹੀਂ ਪਾਏ। ਇਹਦੇ ਵਿੱਚ ਇੱਕ ਤੁਹਾਡੀ ਗੱਲ ਸੋਰੀ ਰੁਕਦੀ ਹੈ, ਇੱਕ ਮੈਂ ਤੁਹਾਨੂੰ ਇੱਕ ਹੋਰ ਪੁੱਛਣਾ ਚਾਹੁੰਦਾ ਕਿ ਖਾਸ ਕਰਕੇ ਪਿੰਡਾਂ ਵਿੱਚ ਕੀ ਹੁੰਦਾ। ਇੱਕ ਸਵਾਲ ਹੈਗਾ ਜਿਹੜਾ ਕਿ ਲੋਕਾਂ ਨੂੰ ਵੀ ਬਹੁਤ ਇਹ ਗਿਆਨ ਦੇਗਾ। ਸ਼ੁੱਕਰਵਾਰ ਜਦੋਂ ਕਿ ਛੁੱਟੀ ਹੋ ਜਾਂਦੀ ਹੈ, ਸਰਕਾਰੀ ਅਦਾਲਤਾਂ ਵਿੱਚ ਵੀ ਆ ਜਾਂਦੀ, ਸ਼ੁੱਕਰਵਾਰ 5 ਵਜੇ ਤੋਂ ਬਾਅਦ, ਸ਼ਨੀਵਾਰ ਐਤਵਾਰ ਛੁੱਟੀ ਹੁੰਦੀ, ਉਸ ਤੋਂ ਬਾਅਦ ਹੀ ਜ਼ਿਆਦਾਤਰ ਲੋਕਾਂ ਨੂੰ ਥਾਣੇ ਬੁਲਾਇਆ ਜਾਂਦਾ, ਗੁੰਮਰਾਹ ਕੀਤਾ ਜਾਂਦਾ ਤੇ ਕਿਹਾ ਜਾਂਦਾ ਵੀ ਤੁਹਾਡੇ 'ਚ ਉਹ 752 ਦਾ ਪਰਚਾ ਹੋ ਜਾਏਗਾ ਜੇ ਤੁਸੀਂ ਇਸ ਹਿਸਾਬ ਨਾਲ ਚੱਲੋ। ਲੱਗਦਾ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਕੋਈ ਸੋਧ ਲਿਆਉਣ ਦੀ ਲੋੜ ਹੈ। ਇਹ ਡਿਕਟੇਟਰਸ਼ਿਪ ਹੈ। 752 ਕਿਧਰਾ ਬਣਦਾ? 752 ਹੈ ਕਿ ਜੇ ਤੁਸੀਂ ਕਿਸੇ ਪਬਲਿਕ ਪਲੇਸ ਤੇ ਕੋਈ ਨਿਊਸੈਂਸ ਕ੍ਰੀਏਟ ਕਰ ਰਹੇ ਹੋ, ਦੈਟ ਇਜ਼ ਇੱਕ CRPC 107/150, ਦੈਟ ਇਜ਼ ਟੂ ਮੇਨਟੇਨ ਦਾ ਪੀਸ। ਬਟ ਜੇ ਤੁਹਾਡਾ ਕੋਈ ਘਰੇਲੂ ਝਗੜਾ ਚੱਲ ਰਿਹਾ ਹੈ ਜਾਂ ਤੁਸੀਂ ਆਲਰੇਡੀ ਆਪਣੀ ਸਟੇਟਮੈਂਟ ਦੇ ਚੁੱਕੇ ਹੋ ਤੇ ਉਹਦੇ 'ਚ 10750 ਦੀ ਧਮਕੀ ਦੇਣਾ, ਇਹਦੇ ਲਈ ਤੇ ਇਨਫੈਕਟ ਪੁਲਿਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਔਰ ਮੈਂ ਤਾਂ ਆਪਣੇ ਕੇਸਿਸ 'ਚ ਪੁਲਿਸ ਨੂੰ ਪਾਰਟੀ ਬਣਾਇਆ ਵੀ ਆ, ਉਹ ਇਸ ਕਰਕੇ ਕਿਉਂਕਿ ਸਟੇਟਮੈਂਟਸ ਹੀ ਗਲਤ ਨੇ। ਜੋ ਡੀਪੋਜ਼ ਕੀਤਾ ਜਾ ਰਿਹਾ ਕੋਰਟ ਦੇ ਵਿੱਚ ਔਨ ਓਥ, ਉਹ ਸਟੇਟਮੈਂਟ ਹੀ ਗਲਤ ਹੈ। ਤੁਸੀਂ FIR ਦਰਜ ਕਰ ਰਹੇ ਹੋ, FIR ਦਰਜ ਕਰਨ ਤੋਂ ਪਹਿਲੇ ਇਨਵੈਸਟੀਗੇਸ਼ਨ ਤਾਂ ਕਰੋ। ਇੱਕ ਰਿਸਪੈਕਟਫੁਲ ਪਰਸਨ ਦੇ ਖਿਲਾਫ ਤੁਸੀਂ FIR ਦਰਜ ਕਰ ਦਿੰਦੇ ਹੋ ਬਿਨਾਂ ਕਿਸੇ ਇਨਵੈਸਟੀਗੇਸ਼ਨ ਦੇ। ਦੂਸਰੀ ਤਰਫ ਤੁਸੀਂ ਕਹਿੰਦੇ ਹੋ ਕਿ ਅਸੀਂ FIR ਦਰਜ ਨਹੀਂ ਕਰ ਸਕਦੇ, ਅਸੀਂ ਪਹਿਲੇ ਇਨਵੈਸਟੀਗੇਸ਼ਨ ਕਰਾਂਗੇ। ਪਹਿਲੇ ਤੁਸੀਂ ਇੱਕ ਲਾਅ ਤੇ ਖੜੋ ਤਾਂ ਸਹੀ ਕਿ ਤੁਹਾਡਾ ਲਾਅ ਕੀ ਕਹਿੰਦਾ ਹੈ, ਵੈਦਰ ਯੂ ਵਾਂਟ ਇਨਵੈਸਟੀਗੇਸ਼ਨ ਦੈਨ FIR ਔਰ ਵੈਦਰ ਯੂ ਵਾਂਟ FIR ਐਂਡ ਦੈਨ ਇਨਵੈਸਟੀਗੇਸ਼ਨ। ਐਜ਼ ਪਰ ਸੈਟਲਡ ਲਾਅ ਕੀ ਹੈ ਕਿ ਪਹਿਲੇ FIR ਦਰਜ ਹੋਏਗੀ, ਫਸਟ ਇਨਫੋਰਮੇਸ਼ਨ ਰਿਪੋਰਟ, ਦੈਟ ਇਜ਼ ਦ ਫੁੱਲ ਫਾਰਮ ਆਫ FIR। ਫਸਟ ਇਨਫੋਰਮੇਸ਼ਨ ਰਿਪੋਰਟ ਹੋਏਗੀ, ਫਿਰ ਇਨਵੈਸਟੀਗੇਸ਼ਨ ਹੋਏਗੀ। ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਕੋਗਨਾਈਜ਼ੇਬਲ ਆਫੈਂਸ ਹੈ, ਫਿਰ ਤੁਸੀਂ ਬੰਦੇ ਨੂੰ ਡਿਟੇਨ ਕਰਨਾ ਨਹੀਂ ਕਰਨਾ ਸੋਚੋਗੇ, ਦੇਖੋਗੇ, ਹੈ ਨਾ, ਐਜ਼ ਪਰ ਲਾਅ। ਬਟ ਅੱਜ ਕੱਲ੍ਹ ਹੁੰਦਾ ਕੀ ਆ ਕਿ ਤੁਸੀਂ ਥਾਣੇ ਦੇ ਵਿੱਚ ਗਏ, ਪੁਲਿਸ ਨੇ ਤੁਹਾਨੂੰ ਪ੍ਰੋਵੋਕ ਕਰਨਾ ਸ਼ੁਰੂ ਕਰ ਦੇਣਾ, 186 ਤੁਹਾਡੇ ਤੇ ਲੱਗ ਜਾਣੀ।
ਸੋ ਇਹ ਬਹੁਤ ਸਾਰੇ ਕੇਸਿਸ ਦੇ ਵਿੱਚ ਹੋ ਰਿਹਾ। ਪਰ ਅਸੀਂ ਫਿਰ ਮੁੜਦੇ ਤੇ ਉਸੇ ਦੇ ਵਾਪਸ ਆਉਂਦੇ ਆ ਕਿ ਜਿਸ ਤਰ੍ਹਾਂ ਸਾਡੇ ਨਾਲ ਸਰ ਨੂੰ ਜੁੜ ਚੁੱਕੇ ਸੀ, ਉਹਨਾਂ ਨੇ ਫਿਰ ਕੀ ਜਿਹੜੀ ਕਿ ਇਸ ਟਾਈਮ ਜੱਜਾਂ ਦੀ ਧਾਂਦਲੀ ਦਾ ਜਿਸ ਤਰ੍ਹਾਂ ਮਾਮਲਾ ਜੋ ਸਾਹਮਣੇ ਆਇਆ ਤੇ ਉਹਦੇ ਵਿੱਚ ਕੀ ਲੱਗਦਾ ਕਿ ਜਿਹੜਾ ਕੋਈ ਨਵਾਂ ਕੋਈ ਮੋੜ ਲਿਆਉਣ ਦੀ ਲੋੜ ਹੈ? ਦੇਖੋ, ਨਵਾਂ ਮੋੜ ਇਹੀ ਹੋ ਸਕਦਾ ਹੈ ਕਿ ਰਿਕਰੂਟਮੈਂਟਸ ਦੇ ਵਿੱਚ ਮਤਲਬ ਪੂਰੀ ਤਰ੍ਹਾਂ ਟਰਾਂਸਪੇਰੈਂਸੀ ਲੈ ਕੇ ਆਉਣ ਦੀ ਲੋੜ ਹੈ। ਪਹਿਲੀ ਗੱਲ ਤਾਂ ਹੁਣ ਜਿਵੇਂ ਦਿੱਲੀ ਸਾਡੇ ਲਾਅ ਮਿਨਿਸਟਰ ਦਾ ਵੀ ਬਿਆਨ ਆਇਆ ਹੈ ਕਿ ਇੰਡੀਆ ਇੱਕ ਇਦਾਂ ਦਾ ਮੁਲਕ ਹੈ ਕਿ ਜਿੱਥੇ ਜੱਜ ਹੀ ਜੱਜਾਂ ਦੀ ਨਿਯੁਕਤੀ ਕਰ ਰਹੇ ਨੇ। ਤਾਂ ਉਸ ਦਿਨ ਟਾਂਡਾ ਸਾਹਿਬ ਵੀ ਦੱਸ ਕੇ ਗਏ ਸੀ ਕਿ 2011-12 ਦੇ ਵਿੱਚ ਜਦੋਂ ਰਵੀ ਸਿੱਧੂ ਅਰੈਸਟ ਹੋਇਆ ਹੈ ਤਾਂ ਹਾਈ ਕੋਰਟਸ ਨੇ ਪਬਲਿਕ ਸਰਵਿਸ ਕਮਿਸ਼ਨਸ ਤੋਂ ਸਾਰੀਆਂ ਪਾਵਰਸ ਵਾਪਸ ਲੈ ਕੇ ਆਪਣੇ ਕੋਲੇ ਕਰ ਲਈਆਂ। ਤਾਂ ਮੇਰੇ ਖਿਆਲ ਦਿੱਲੀ ਦੇ ਵਿੱਚ ਕੋਈ ਇਹਨਾਂ ਚੀਜ਼ਾਂ ਤੇ ਕੋਈ ਨਵੀਂ ਕਮੇਟੀ ਬਿਠਾਈ ਜਾਣ ਦੀ ਲੋੜ ਹੈ ਔਰ ਜਿਨ੍ਹਾਂ ਕੋਲੇ ਵੀ ਰਿਕਰੂਟਮੈਂਟਸ ਹੈਗੀਆਂ ਨੇ, ਚਾਹੇ ਉਹ ਹਾਈ ਕੋਰਟਸ ਕੋਲੇ ਨੇ ਚਾਹੇ ਸੁਪਰੀਮ ਕੋਰਟ ਕੋਲੇ ਨੇ, ਉਹਨਾਂ ਦੇ ਵਿੱਚ ਬਦਲਾਅ ਜਿਹੜਾ ਹੈ ਉਹ ਲੈ ਕੇ ਆਉਣ ਦੀ ਲੋੜ ਹੈ ਔਰ ਸਿਸਟਮ ਦੇ ਵਿੱਚ ਪੂਰੀ ਟਰਾਂਸਪੇਰੈਂਸੀ ਲੈ ਕੇ ਆਉਣ ਦੀ ਲੋੜ ਹੈ। ਐਲੀਗੇਸ਼ਨਸ ਤਾਂ ਦੇਖੋ ਹੁਣ ਇਹ ਵੀ ਲੱਗਦੇ ਨੇ ਕਿ ਪਿਛਲੇ 5 ਸਾਲ ਤੋਂ ਲਗਭਗ ਅਗਰ ਮੈਂ ਗੱਲ ਕਰਾਂ ਕਿ ਹਰ ਸਟੇਟ ਦਾ ਹਰ ਪੇਪਰ ਹੀ ਹੈ ਜਿਹੜਾ ਲੀਕ ਕੀਤਾ ਜਾਂਦਾ ਹੈ, ਚਾਹੇ ਉਹ ਤੁਸੀਂ ਪ੍ਰੀਲਿਮਿਨਰੀ ਸਟੇਜ ਤੇ ਕਹਿ ਲਓ, ਚਾਹੇ ਮੇਨਸ ਤੇ ਕਹਿ ਲਓ, ਚਾਹੇ ਇੰਟਰਵਿਊ ਤੇ ਕਹਿ ਲਓ। ਇੰਟਰਵਿਊ ਦੀ ਹੁਣ ਅਗਰ ਤੁਹਾਨੂੰ ਮੈਂ ਹਰਿਆਣਾ ਦੀ ਐਗਜ਼ਾਮਪਲ ਦੇਵਾਂ ਤਾਂ ਜੋ ਸਾਡੇ ਗੋਲਡ ਮੈਡਲਿਸਟ ਬੱਚੇ ਨੇ ਜੋ 5-5 7-7 10-10 ਸਾਲ ਤੋਂ ਤਿਆਰੀ ਕਰ ਰਹੇ ਨੇ, ਪਹਿਲਾਂ ਆਪਣੇ 10th ਦੇ ਟੌਪਰ ਨੇ, +2 ਦੇ ਟੌਪਰ ਨੇ, ਫਿਰ ਲਾਅ ਦੇ ਵਿੱਚ ਮਤਲਬ ਉਹ ਬੱਚੇ ਗੋਲਡ ਮੈਡਲਿਸਟ ਨੇ, ਉਹਨਾਂ ਬੱਚਿਆਂ ਨੂੰ ਇਹਨਾਂ ਨੇ 200 ਚੋਂ 5-5 6-6 ਨੰਬਰ ਦਿੱਤੇ ਨੇ। ਔਰ ਮੈਂ ਤਾਂ ਅਗਰ ਹੁਣ ਮੈਂ ਹਰਿਆਣਾ ਦੀ ਗੱਲ ਕਰਾਂ, ਮੈਂ ਪਰਸੋਂ ਵੀ ਇੱਕ ਇੰਟਰਵਿਊ ਦੇ ਵਿੱਚ ਬੋਲਿਆ ਸੀ ਕਿ ਮੈਂ ਮਤਲਬ ਤੁਹਾਡੇ ਮੀਡੀਆ ਰਾਹੀਂ ਮੈਂ ਇੱਕ ਚੈਲੰਜ ਦੇਣ ਲਈ ਤਿਆਰ ਹਾਂ ਕਿ ਜੋ 118 ਬੱਚੇ ਇਹਨਾਂ ਨੇ ਹਰਿਆਣਾ ਦੇ ਵਿੱਚ ਰੱਖੇ ਨੇ, ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਹਾਂ ਕਿ ਉਹ ਜੰਤਰ ਮੰਤਰ ਤੇ ਆਪਣੀ ਬੇਅਰ ਐਕਟਸ ਆਪਣੀਆਂ ਕਿਤਾਬਾਂ ਲੈ ਕੇ ਆਉਣ, ਅਸੀਂ ਆਪਣੇ ਬੱਚਿਆਂ ਨੂੰ ਬੇਅਰ ਹੈਂਡਡ ਲੈ ਕੇ ਆਉਂਦੇ ਹਾਂ, ਆਪਾਂ ਇੱਕ ਡਿਬੇਟ ਰੱਖ ਲੈਂਦੇ ਹਾਂ। ਜਾਂ ਫਿਰ ਅਸੀਂ ਦੇਖੋ ਦਿੱਲੀ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਇੰਡੀਆ ਦੇ ਫਸਟ ਸਿਟੀਜ਼ਨ ਹੋ, ਤੁਸੀਂ ਕੋਈ ਨਾ ਕੋਈ ਕਾਰਵਾਈ ਕਰੋ, ਕੋਈ ਕੋਰਟ ਬਿਠਾਓ, ਕੋਈ ਬੱਚਿਆਂ ਨੂੰ ਬੁਲਾਓ, ਉਹਨਾਂ ਦੇ ਪੇਰੈਂਟਸ ਨੂੰ ਬੁਲਾਓ, ਕੋਈ ਮਤਲਬ ਉਹਨਾਂ ਦੇ ਗ੍ਰੀਵੀਐਂਸਿਸ ਸੁਣੋ, ਜੋ ਬੰਦੀ ਕਾਰਵਾਈ ਹੈ ਕਰੋ। ਔਰ ਹੁਣ ਅਗਰ ਮੈਂ ਤੁਹਾਨੂੰ ਜਿਸ ਤਰ੍ਹਾਂ ਪੰਜਾਬ ਦੀ ਐਗਜ਼ਾਮਪਲ ਦੇਵਾਂ, ਪੰਜਾਬ ਦੇ ਵਿੱਚ ਕੋਈ 159 ਪੋਸਟਾਂ ਨਿਕਲੀਆਂ ਸੀ ਔਰ ਮੇਰੇ ਖਿਆਲ ਕੋਈ 10 ਤੋਂ 15 ਹਜ਼ਾਰ ਬੱਚੇ ਦਾ ਪੇਪਰ ਨਹੀਂ ਸੀ ਫਿਲ ਹੋਇਆ ਕਿਉਂਕਿ ਇਹਨਾਂ ਦੀ ਵੈਬਸਾਈਟ ਦੇ ਵਿੱਚ ਟੈਕਨੀਕਲ ਗਲਿਚ ਆ ਗਿਆ ਸੀ ਔਰ ਕੋਈ 5000 ਬੱਚੇ ਦੀ ਫੀਸ ਨਹੀਂ ਸੀ ਫਿਲ ਹੋਈ। ਤਾਂ ਬੱਚਿਆਂ ਨੇ ਦੇਖੋ ਕਾਫੀ ਟਰਾਈ ਕੀਤੀ, ਪੀਪੀਐਸਸੀ ਦੇ ਦਫ਼ਤਰ ਵੀ ਗਏ, ਉੱਥੇ ਆਫੀਸਰਸ ਦੀ ਸਟ੍ਰਾਈਕ ਚੱਲ ਰਹੀ ਸੀ ਜੋ ਬਾਅਦ ਦੇ ਵਿੱਚ ਸੀਐਮ ਪੰਜਾਬ ਨੇ ਇਲੀਗਲ ਵੀ ਡਿਕਲੇਅਰ ਕੀਤੀ। ਅਸੀਂ ਪੰਜਾਬ ਸੀਐਮ ਨੂੰ ਵੀ ਅਰਜੀ ਦਿੱਤੀ, ਫਾਈਨਾਂਸ ਮਿਨਿਸਟਰ ਨੂੰ ਵੀ ਦਿੱਤੀ, ਐਜੂਕੇਸ਼ਨ ਮਿਨਿਸਟਰ ਨੂੰ ਵੀ ਦਿੱਤੀ, ਅਸੀਂ ਪਟੀਸ਼ਨ ਵੀ ਫਾਈਲ ਕੀਤੀ ਇੱਥੇ 1.5 ਲੱਖ ਰੁਪਇਆ ਦੇ ਕੇ ਔਰ ਉਹ ਪਟੀਸ਼ਨ ਸਾਨੂੰ ਕਾਸਟ ਦਾ ਥ੍ਰੈਟ ਦੇ ਕੇ ਵਿਡਰਾਅ ਕਰਵਾਈ ਗਈ। ਫਿਰ ਅਗਲੇ ਦਿਨ ਸਾਨੂੰ ਸੁਪਰੀਮ ਕੋਰਟ ਜਾਣ ਦੀ ਜੱਜ ਦੇ ਦੁਆਰਾ ਲਿਬਰਟੀ ਵੀ ਨਹੀਂ ਦਿੱਤੀ ਗਈ। ਸੁਪਰੀਮ ਕੋਰਟ ਜਦੋਂ ਅਸੀਂ ਪਟੀਸ਼ਨ ਭੇਜੀ ਉਹ ਫਾਈਲ ਕਰਨ ਲਈ 3.5 ਲੱਖ ਰੁਪਏ ਉੱਥੇ ਵੀ ਅਸੀਂ ਦਿੱਤਾ, ਬਟ ਉੱਥੇ ਵਕੀਲ ਨੇ ਉਹ ਪਟੀਸ਼ਨ ਫਾਈਲ ਹੀ ਨਹੀਂ ਕੀਤੀ। ਔਰ ਜਿਸ ਦਿਨ ਪੇਪਰ ਹੋਇਆ ਪੰਜਾਬ ਦਾ 22 ਜਨਵਰੀ ਨੂੰ, ਉਸੇ ਦਿਨ ਮੈਂ ਤੁਹਾਨੂੰ ਦਿਖਾ ਰਿਹਾ ਤੁਹਾਡੇ ਕੈਮਰੇ ਤੇ, ਇਹ ਦਿੱਲੀ ਦੀ ਜਾਂ ਚੰਡੀਗੜ੍ਹ ਦੀ ਕੋਈ ਅਕੈਡਮੀ ਹੈ, ਇਹਨਾਂ ਨੇ ਬਿਲਕੁਲ ਐਗਜ਼ੈਕਟ ਜੋ ਪੰਜਾਬ ਦੀ ਕੱਟ ਆਫ ਗਈ ਹੈ ਉਹ ਕੱਟ ਆਫ ਇਹਨਾਂ ਨੇ ਰਿਲੀਜ਼ ਕਰਤੀ। ਦੈਟ ਮੀਨਸ ਇਹਨਾਂ ਦਾ ਪੇਪਰ ਲੀਕ ਦੇ ਵਿੱਚ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਹੱਥ ਹੋ ਸਕਦਾ ਹੈ। ਔਰ ਪੰਜਾਬ ਦਾ ਰਿਜ਼ਲਟ ਜਦੋਂ ਅਸੀਂ ਚੈੱਕ ਕੀਤਾ ਤਾਂ ਕੁਝ ਬੱਚੇ ਮਤਲਬ ਇਹ ਅਲੈਜ ਕਰ ਰਹੇ ਨੇ ਕਿ ਉਹਨਾਂ ਨੇ ਜੋ ਆਪਣੇ ਟੋਟਲ ਮਾਰਕਸ ਕੈਲਕੂਲੇਟ ਕੀਤੇ ਸੀ 500 ਦੇ ਵਿੱਚੋਂ ਉਹ 400 ਪਲੱਸ ਨੰਬਰ ਕੈਲਕੂਲੇਟ ਕੀਤੇ ਸੀ, ਬਟ ਉਹਨਾਂ ਦੇ ਜਿਹੜੇ ਨੰਬਰ ਨੇ ਉਹ 370-80 ਦੀ ਰੇਂਜ ਦੇ ਵਿੱਚ ਆਏ ਨੇ। ਔਰ ਕੁਝ 4 ਸਵਾਲ ਜੋ ਠੀਕ ਸੀਗੇ ਉਹ ਇਹਨਾਂ ਨੇ ਡਿਲੀਟ ਕਰਤੇ। ਜਿਹਦੀ ਪਟੀਸ਼ਨ ਫਾਈਲ ਕੀਤੀ ਹੈ ਉਹ 29 ਮਈ ਦੀ ਇਹਨਾਂ ਨੇ ਡੇਟ ਲਗਾਈ ਹੈ ਔਰ 2 ਜੂਨ ਇਹਨਾਂ ਨੇ ਮੇਨਸ ਦੀ ਡੇਟ ਰੱਖੀ ਹੈ, ਜਦ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਇਹ ਕਹਿੰਦੀ ਹੈ ਕਿ ਤੁਸੀਂ ਘੱਟੋ ਘੱਟ 20 ਤੋਂ 25 ਦਿਨ ਦਾ ਡਿਫਰੈਂਸ ਜਿਹੜਾ ਹੈਗਾ ਕਿਸੇ ਪਟੀਸ਼ਨ ਦੇ ਵਿੱਚ ਜਾਂ ਮੇਨਸ ਦੀ ਡੇਟ ਦੇ ਵਿੱਚ ਦੇਣਾ ਹੈਗਾ। ਔਰ ਇੱਕ ਬੱਚਾ ਅਸੀਂ ਪ੍ਰੀ ਦੇ ਰਿਜ਼ਲਟ ਦੇ ਵਿੱਚ ਦੇਖਿਆ ਹੈ ਕਿ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਤਾਂ 37 ਸਾਲ ਹੈ ਜਿਹੜੀ ਮੈਕਸਿਮਮ ਏਜ ਹੈ, ਬਟ ਉਹ 42 ਸਾਲ ਦਾ ਇੱਕ ਬੱਚਾ ਹੈਗਾ ਜੋ ਪੇਪਰ ਦੇ ਵਿੱਚ ਬੈਠਾ ਹੈਗਾ। ਔਰ 3 ਬੱਚੇ ਇਕੱਠੇ ਬੈਠੇ ਨੇ ਜਿਨ੍ਹਾਂ ਦੇ ਇਕੱਠੇ ਮਾਰਕਸ ਨੇ, ਦੈਟ ਮੀਨਸ ਜਾਂ ਤਾਂ ਉਹਨਾਂ ਨੇ ਚੀਟਿੰਗ ਕੀਤੀ ਹੈ ਜਾਂ ਫਿਰ ਉਹਨਾਂ ਕੋਲੇ ਪੇਪਰ ਸੀ। ਔਰ ਕਹਿਣ ਦਾ ਮਤਲਬ ਕਿ ਬਿਲਕੁਲ ਹੀ ਇਹਨਾਂ ਦਾ ਜੋ ਸਿਸਟਮ ਹੈ ਉਹ ਗੜਬੜਾਇਆ ਪਿਆ। ਔਰ ਮੇਰੇ ਖਿਆਲ ਅਗਰ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਗੱਲ ਕਰਾਂ ਤਾਂ ਇਹਨਾਂ ਨੇ ਇੱਕ ਸਾਡੇ ਗਾਰਡ ਦੀ ਬੇਟੀ ਹੈ, ਉਹਨੂੰ ਇਹਨਾਂ ਨੇ ਕਲੈਰੀਕਲ ਰਿਕਰੂਟਮੈਂਟ ਦੇ ਪੇਪਰ ਦੇ ਵਿੱਚ ਬੈਠਣ ਤੋਂ ਮਨਾ ਕੀਤਾ ਕਿਉਂਕਿ ਉਹਨਾਂ ਨੇ ਜੋ ਪੰਜਾਬੀ ਹੈ ਉਹ ਪੋਸਟ ਮੈਟ੍ਰਿਕ ਕੀਤੀ ਸੀ। ਔਰ ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਵਿੱਚ ਇਦਾਂ ਦਾ ਕੋਈ ਸਰਵਿਸ ਰੂਲ ਹੋਏਗਾ ਕਿ ਅਗਰ ਤੁਸੀਂ ਪੰਜਾਬੀ ਪੋਸਟ ਮੈਟ੍ਰਿਕ ਕੀਤੀ ਹੈ ਤਾਂ ਤੁਸੀਂ ਪੇਪਰ ਦੇ ਵਿੱਚ ਨਹੀਂ ਬੈਠ ਸਕਦੇ। ਔਰ ਡਰਾਈਵਰਾਂ ਦੀ ਅਗਰ ਮੈਂ ਭਰਤੀ ਦੀ ਗੱਲ ਕਰਾਂ ਤਾਂ 22 ਡਰਾਈਵਰ ਇਹਨਾਂ ਨੇ ਪੰਜਾਬ ਹਰਿਆਣਾ ਕੋਰਟ ਨੇ ਰਿਕਰੂਟ ਕੀਤੇ ਨੇ। 18 ਡਰਾਈਵਰ ਸੁਣਨ ਦੇ ਵਿੱਚ ਮਿਲ ਰਿਹਾ ਕਿ ਇਹਨਾਂ ਨੇ ਮੱਧ ਪ੍ਰਦੇਸ਼ ਤੋਂ ਬੁਲਾਏ ਨੇ। ਉਹਦੇ 'ਚ ਵੀ ਇੱਕ ਸਾਡੇ ਦੂਜੇ ਗਾਰਡ ਦਾ ਬੇਟਾ ਹੈ, ਉਹਨੇ
ਇੰਟਰਵਿਊ ਜਾਂ ਪੇਪਰ ਦਿੱਤਾ ਸੀ ਔਰ ਉਹਦੇ ਵਿੱਚ ਉਹਨੂੰ ਨਹੀਂ ਭਰਤੀ ਕੀਤਾ ਗਿਆ। ਤਾਂ ਫਾਈਨਲੀ ਬਸ ਇਹੀ ਹੈ ਮੰਗ ਸਾਡੀ, ਇਹੀ ਹੈ ਦਿੱਲੀ ਦੇ ਵਿੱਚ ਸਰਕਾਰਾਂ ਤੋਂ, ਪ੍ਰੈਜ਼ੀਡੈਂਟ ਤੋਂ, ਚੀਫ ਜਸਟਿਸ ਤੋਂ, ਕਿ ਸਾਡੀ ਬੱਚਿਆਂ ਦੀ ਕੋਈ ਨਾ ਕੋਈ ਸੁਣਵਾਈ ਹੋਣੀ ਚਾਹੀਦੀ ਹੈ। ਔਰ ਜਿਸ ਤਰ੍ਹਾਂ ਕਿ ਆਪਣੀ ਮੰਗ ਲੈ ਕੇ ਅੱਜ ਦੁਬਾਰਾ ਆਏ ਨੇ, ਔਰ ਇਸ ਤਰ੍ਹਾਂ ਹੀ ਕੰਟੀਨਿਊ, ਜਿਸ ਤਰ੍ਹਾਂ ਕਿ ਅਦਾਲਤ ਦੇ ਮੁੱਦੇ ਜਾਂ ਹੋਰ ਵੀ ਜੋ ਕੰਟੀਨਿਊ ਜੋ ਜਾਰੀ ਰਹਿਣਗੇ। ਔਰ ਮਿਲਦੇ ਹਾਂ ਜਲਦੀ ਫਿਰ ਇੱਕ ਨਵੀਂ ਜੋ ਵਿਸ਼ੇ 'ਤੇ। ਜਸਵਿੰਦਰ ਸਿੰਘ, ਚੰਡੀਗੜ੍ਹ ਤੋਂ, ਧੰਨਵਾਦ।